ਡੀਅਰ ਸਟੂਡੈਂਟ, ਲਾਸਟ ਲੈਕਚਰ ਵਿੱਚ ਅਸੀਂ ਫ੍ਰਿਕਸ਼ਨ ਬਾਰੇ ਜਿਹੜਾ ਆਪਾਂ ਡਿਸਕਸ ਕਰ ਰਹੇ ਸੀ ਤੇ ਅਸੀਂ ਜਦੋਂ ਉਹ ਲੈਕਚਰ ਖਤਮ ਕੀਤਾ ਤੇ ਅਸੀਂ ਜਿਹੜਾ ਹੈ ਸਟੈਟਿਕ ਲਿਮਟਿੰਗ ਫ੍ਰਿਕਸ਼ਨ ਬਾਰੇ ਅਸੀਂ ਪੜ੍ਹਦੇ ਪਏ ਸੀ। ਆਓ ਇਸ ਤੋਂ ਅੱਗੇ ਨੂੰ ਅਸੀਂ ਕੰਟੀਨਿਊ ਕਰੀਏ। ਜਿਹੜੀ ਸਟੈਟਿਕ ਫ੍ਰਿਕਸ਼ਨ ਹੈ, ਪਹਿਲਾਂ ਤੇ ਅਸੀਂ ਇਹਨੂੰ ਦੁਬਾਰਾ ਥੋੜਾ ਜਿਹਾ ਰਿਪੀਟ ਕਰ ਲਈਏ ਕਿ ਸਟੈਟਿਕ ਫ੍ਰਿਕਸ਼ਨ ਰੈਸਟ ਵਾਲੀ ਫ੍ਰਿਕਸ਼ਨ ਹੁੰਦੀ ਹੈ। ਜਿੰਨਾ ਚਿਰ ਬਾਡੀ ਦੇ ਉੱਤੇ ਅਸੀਂ ਬਾਹਰੋਂ ਫੋਰਸ ਲਗਾਈ ਜਾਈਏ ਪਰ ਬਾਡੀ ਮੂਵ ਨਾ ਕਰੇ, ਉਸ ਟਾਈਮ ਦੇ ਉੱਤੇ ਜਿਹੜੀ ਫ੍ਰਿਕਸ਼ਨ ਪੈਦਾ ਹੁੰਦੀ ਹੈ ਉਸ ਨੂੰ ਅਸੀਂ ਬੋਲਦੇ ਹਾਂ ਸਟੈਟਿਕ ਫ੍ਰਿਕਸ਼ਨ। ਤੇ ਇਹਦੀ ਵੱਧ ਤੋਂ ਵੱਧ ਜਿਹੜੀ ਵੈਲਿਊ ਹੈ, what is the maximum value of static friction, ਉਹਦੀ ਜਿਹੜੀ ਮੈਕਸਿਮਮ ਵੈਲਿਊ ਹੈ ਉਸ ਨੂੰ ਅਸੀਂ ਬੋਲਦੇ ਹਾਂ ਸਟੈਟਿਕ ਲਿਮਟਿੰਗ ਫ੍ਰਿਕਸ਼ਨ। ਇੱਕ ਲਿਮਿਟ ਆ ਗਈ ਕਿ ਇਸ ਤੋਂ ਵੱਧ ਸਟੈਟਿਕ ਫ੍ਰਿਕਸ਼ਨ ਜਿਹੜੀ ਹੈ ਪੈਦਾ ਨਹੀਂ ਹੋ ਸਕਦੀ, ਕਿਉਂਕਿ ਬਾਡੀ ਨੇ ਤੇ ਕਿਸੇ ਨਾ ਕਿਸੇ ਟਾਈਮ ਤੇ ਮੂਵ ਕਰਨਾ ਹੀ ਹੈ। ਜਦੋਂ ਬਾਡੀ ਮੂਵ ਕਰਨ ਹੀ ਵਾਲੀ ਹੈ ਉਸ ਟਾਈਮ ਤੇ ਵੱਧ ਤੋਂ ਵੱਧ ਜਿਹੜੀ ਸਾਡੀ ਸਟੈਟਿਕ ਫ੍ਰਿਕਸ਼ਨ ਦੀ ਵੈਲਿਊ ਹੋਏਗੀ, that is called static limiting friction। ਤੇ ਜਦੋਂ ਬਾਡੀ ਮੂਵ ਕਰ ਜਾਂਦੀ ਹੈ ਉਸ ਤੋਂ ਬਾਅਦ ਉਹ ਇੱਕ ਸਟੈਡੀ ਸਟੇਟ ਵਿੱਚ ਆ ਜਾਂਦੀ ਹੈ, ਕਨਸਟੈਂਟਲੀ ਬਾਅਦ ਜਿਹੜੀ ਹੈ ਯੂਨੀਫਾਰਮਲੀ ਮੂਵ ਕਰਨਾ ਸ਼ੁਰੂ ਕਰ ਦਿੰਦੀ ਹੈ। ਉਸ ਟਾਈਮ ਤੇ ਜਿਹੜੀ ਸਾਡੀ ਫ੍ਰਿਕਸ਼ਨ ਹੁੰਦੀ ਹੈ ਉਸ ਨੂੰ ਅਸੀਂ ਬੋਲਦੇ ਹਾਂ ਕਾਈਨੈਟਿਕ ਫ੍ਰਿਕਸ਼ਨ। ਕਾਈਨੈਟਿਕ ਫ੍ਰਿਕਸ਼ਨ ਉਦੋਂ ਪੈਦਾ ਹੋਏਗੀ ਜਦੋਂ ਬਾਡੀ ਮੂਵ ਕਰਨਾ ਸ਼ੁਰੂ ਕਰ ਦੇਗੀ, ਤੇ ਲਿਮਟਿੰਗ ਫ੍ਰਿਕਸ਼ਨ ਉਦੋਂ ਪੈਦਾ ਹੁੰਦੀ ਹੈ ਜਦੋਂ ਬਾਡੀ ਹਲੇ ਮੂਵ ਕਰਨ ਹੀ ਵਾਲੀ ਹੈ। ਨਾਓ ਆਓ ਇਹਦੀਆਂ ਜਿਹੜੀਆਂ ਡੈਫੀਨੇਸ਼ਨ ਨੂੰ ਅਸੀਂ ਨੋਟ ਕਰ ਲਈਏ। The maximum force of static friction, static friction ਦੀ maximum value of, ਇੱਥੇ ਆਪਾਂ ਵੈਲਿਊ ਕਰ ਦਿੰਦੇ ਆ, the maximum value of static friction, static friction ਦੀ ਜਿਹੜੀ ਵੱਧ ਤੋਂ ਵੱਧ ਵੈਲਿਊ ਹੈ when ਜਾਂ which comes into play when a body is on the verge to move over the surface of another body। ਜਦੋਂ ਇੱਕ ਬਾਡੀ ਦੂਜੇ ਬਾਡੀ ਦੇ ਉੱਪਰ ਮੂਵ ਕਰਨ ਹੀ ਵਾਲੀ ਹੈ ਉਸ ਟਾਈਮ ਤੇ ਵੱਧ ਤੋਂ ਵੱਧ ਜਿਹੜੀ ਸਾਡੀ ਵੈਲਿਊ ਹੈ ਸਟੈਟਿਕ ਫ੍ਰਿਕਸ਼ਨ ਦੀ, ਉਸ ਨੂੰ ਅਸੀਂ ਕੀ ਬੋਲਦੇ ਹਾਂ? ਲਿਮਟਿੰਗ ਫ੍ਰਿਕਸ਼ਨ, ਸਟੈਟਿਕ ਲਿਮਟਿੰਗ ਫ੍ਰਿਕਸ਼ਨ। ਇਸ ਤੋਂ ਵੱਧ ਸਟੈਟਿਕ ਫ੍ਰਿਕਸ਼ਨ ਪੈਦਾ ਨਹੀਂ ਹੋ ਸਕਦੀ। ਨਾਓ the force of friction which comes into play ਜਿਹੜੀ ਪੈਦਾ ਹੁੰਦੀ ਹੈ when a body is in state of steady motion। ਜਦੋਂ ਬਾਡੀ ਜਿਹੜੀ ਹੈ ਮੋਸ਼ਨ ਚ ਆ ਜਾਂਦੀ ਹੈ, ਮੂਵ ਕਰਨਾ ਸ਼ੁਰੂ ਕਰ ਦਿੰਦੀ ਹੈ over the surface of another body, then it is called kinetic friction। ਫਿਰ ਅਸੀਂ ਉਸ ਨੂੰ ਬੋਲਦੇ ਹਾਂ ਕਾਈਨੈਟਿਕ ਫ੍ਰਿਕਸ਼ਨ। ਜੇ ਬਾਡੀ ਮੂਵ ਕਰ ਰਹੀ ਹੈ ਫਿਰ ਉਹ ਕਾਈਨੈਟਿਕ ਫ੍ਰਿਕਸ਼ਨ, ਤੇ ਜੇ ਬਾਡੀ ਮੇਰੀ ਰੈਸਟ ਵਿੱਚ ਹੀ ਹੈ ਫਿਰ ਉਹਨੂੰ ਸਟੈਟਿਕ ਫ੍ਰਿਕਸ਼ਨ। ਤੇ ਜੇ ਬਾਡੀ ਹੁਣ ਰੈਸਟ ਤੋਂ ਮੋਸ਼ਨ ਵਿੱਚ ਆਣ ਹੀ ਵਾਲੀ ਹੈ ਉਸ ਟਾਈਮ ਤੇ ਜਿਹੜੀ ਮੈਕਸਿਮਮ ਜਿਹੜੀ ਸਟੈਟਿਕ ਫ੍ਰਿਕਸ਼ਨ ਹੋਏਗੀ ਉਸ ਨੂੰ ਅਸੀਂ ਬੋਲਦੇ ਹਾਂ ਸਟੈਟਿਕ ਲਿਮਟਿੰਗ ਫ੍ਰਿਕਸ਼ਨ। ਆਓ ਇਸ ਨੂੰ ਜਿਹੜਾ ਹੈ ਸਾਰੇ ਨੂੰ ਅਸੀਂ ਇੱਕ ਗ੍ਰਾਫ ਦੇ ਥਰੂ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਮੰਨ ਲਓ ਕਿ ਸਾਡੇ ਕੋਲ ਅਸੀਂ ਗ੍ਰਾਫ ਪਲਾਟ ਕੀਤਾ, ਇਧਰਲੇ ਪਾਸੇ ਫ੍ਰਿਕਸ਼ਨ ਨੂੰ ਅਸੀਂ ਸਮਾਲ f ਨਾਲ ਸ਼ੋ ਕਰਾਂਗੇ, ਇਧਰਲੇ ਪਾਸੇ ਸਾਡੇ ਕੋਲ ਹੈਗੀ ਆ ਅਪਲਾਈਡ ਫੋਰਸ। here is the applied force, ਤੇ ਇਧਰਲੇ ਪਾਸੇ ਕੀ ਹੈ ਸਾਡੇ ਕੋਲ? friction, force of friction, and this is the origin। now ਜਦੋਂ ਅਸੀਂ ਬਾਹਰੋਂ ਅਪਲਾਈਡ ਫੋਰਸ ਅਪਲਾਈ ਕੀਤੀ, ਮੰਨ ਲਓ ਵੀ ਇੰਨੀ ਕੁ ਫੋਰਸ ਅਸੀਂ ਅਪਲਾਈ ਕਰਦੇ ਹਾਂ, ਸਪੋਜ਼ 10 ਨਿਊਟਨ। ਪਿੱਛੇ ਹੀ ਮੈਂ ਲੈਕਚਰ ਵਿੱਚ ਡਿਸਕਸ ਕੀਤਾ, ਐਡਜਸਟ ਮੈਂ ਵੈਲਿਊ ਆਪਣੇ ਅਕੋਰਡਿੰਗ ਮੰਨ ਕੇ ਚੱਲ ਰਹੇ ਹਾਂ, ਕੋਈ ਹੈ ਜਿਹੜੇ ਐਗਜ਼ੈਕਟ ਵੈਲਿਊ ਨਹੀਂ ਹੈ। ਮੰਨ ਲਓ ਕਿ ਬਾਹਰੋਂ ਫੋਰਸ ਕਿੰਨੀ ਅਪਲਾਈ ਕੀਤੀ? 10 ਨਿਊਟਨ। ਬਾਡੀ ਮੇਰੀ ਰੈਸਟ ਵਿੱਚ ਹੈ ਪਰ ਬਾਡੀ ਮੇਰੀ ਮੂਵ ਨਹੀਂ ਕੀਤੀ। ਇਹਦਾ ਮਤਲਬ ਕੀ ਹੋਇਆ ਕਿ ਫ੍ਰਿਕਸ਼ਨ ਕਿੰਨੀ ਪੈਦਾ ਹੋਏਗੀ? ਯਾਦ ਕਰੋ ਪਿਛਲਾ ਕੰਮ, ਜੇ ਮੈਂ 10 ਨਿਊਟਨ ਫੋਰਸ ਲਗਾਈ ਹੈ ਤੇ ਫ੍ਰਿਕਸ਼ਨ ਕਿੰਨੀ ਪੈਦਾ ਹੋਏਗੀ? ਬਾਡੀ ਮੇਰੀ ਤੇ ਮੂਵ ਨਹੀਂ ਕੀਤੀ, ਇਹਦਾ ਮਤਲਬ ਮੇਰੀ ਫ੍ਰਿਕਸ਼ਨ ਨੇ ਵੀ 10 ਨਿਊਟਨ ਹੀ ਪੈਦਾ ਹੋ ਜਾਣਾ ਹੈ। ਇਹਦਾ ਮਤਲਬ ਸਾਡੇ ਕੋਲ ਆ ਵਾਲਾ ਪੁਆਇੰਟ ਆ ਗਿਆ।
ਜਦੋਂ ਮੈਂ ਫੋਰਸ ਨੂੰ ਮੰਨ ਲਓ ਵੀ 20 ਨਿਊਟਨ ਕਰਤਾ ਤੇ ਬੋਡੀ ਨਹੀਂ ਮੂਵ ਕੀਤੀ ਤੇ ਇਹਦਾ ਮਤਲਬ ਹੈ ਕਿ ਫ੍ਰਿਕਸ਼ਨ ਵੀ ਸਾਡੀ ਜਿਹੜੀ ਹੈ 20 ਨਿਊਟਨ ਹੈ। ਸਾਨੂੰ ਪਤਾ ਹੈ ਜਿੰਨਾ ਚਿਰ ਬੋਡੀ ਰੈਸਟ ਵਿੱਚ ਰਹਿੰਦੀ ਹੈ ਉਹਨਾਂ ਚਿਰ ਫ੍ਰਿਕਸ਼ਨ ਜਿਹੜੀ ਹੈ ਆਪਣੇ ਆਪ ਨੂੰ ਐਡਜਸਟ ਕਰਦੀ ਹੈ। ਫ੍ਰਿਕਸ਼ਨ ਦਾ ਨੇਚਰ ਸੈਲਫ ਐਡਜਸਟਿੰਗ ਨੇਚਰ ਹੈ। ਕਦੋਂ ਤੱਕ? ਜਿੰਨਾ ਚਿਰ ਬੋਡੀ ਜਿਹੜੀ ਹੈ ਰੈਸਟ ਵਿੱਚ ਰਹਿੰਦੀ ਹੈ। ਇਹਦਾ ਮਤਲਬ ਜਿਉਂ-ਜਿਉਂ ਮੈਂ ਆਹ ਵੈਲਿਊ ਵਧਾਣਾ ਹੈ ਇਹ 30 ਕਰਦਾ ਤੇ ਇਹ ਵੀ 30 ਹੋ ਜਾਂਦੀ ਹੈ। ਇਹਦਾ ਮਤਲਬ ਹੈ ਕਿ ਜਿਹੜੀ ਫ੍ਰਿਕਸ਼ਨ ਹੈ ਉਹ ਆਪਣੀ ਵੈਲਿਊ ਜਿਹੜੀ ਹੈ ਸਟੈਟਿਕ ਅਪਲਾਈਡ ਫੋਰਸ ਦੇ ਅਕੋਰਡਿੰਗ ਜਿਹੜੀ ਹੈ ਉਹ ਆਪਣੇ ਆਪ ਨੂੰ ਜਿਹੜੀ ਹੈ ਐਡਜਸਟ ਕਰ ਰਹੀ ਹੈ। ਇਟ ਮੀਨਸ ਗ੍ਰਾਫ ਸਾਡਾ ਜਿਹੜਾ ਹੈ ਕਿਸ ਤਰ੍ਹਾਂ ਦਾ ਆਏਗਾ? ਦਾ ਗ੍ਰਾਫ ਵਿਲ ਬੀ ਅ ਸਟ੍ਰੇਟ ਲਾਈਨ। ਇਹ ਮੈਂ ਜਸਟ ਤੁਹਾਨੂੰ ਸ਼ੋ ਕੀਤਾ ਸੀ ਸਮਝਾਉਣ ਵਾਸਤੇ। ਜਿੰਨਾ ਚਿਰ ਬੋਡੀ ਮੂਵ ਨਹੀਂ ਕਰ ਰਹੀ ਉਹਨਾਂ ਚਿਰ ਸਾਡਾ ਜਿਹੜਾ ਗ੍ਰਾਫ ਹੈ ਉਹ ਸਾਡਾ ਜਿਹੜਾ ਆਏਗਾ ਸਟ੍ਰੇਟ ਲਾਈਨ। ਫ੍ਰਿਕਸ਼ਨ ਇਹਦੇ ਅਕੋਰਡਿੰਗ ਆਪਣੇ ਆਪ ਨੂੰ ਐਡਜਸਟ ਕਰ ਰਹੀ ਹੈ ਤੇ ਆਹ ਕਾਦੀ ਵੈਲਿਊ ਹੋ ਗਈ ਹੈ? ਗ੍ਰਾਫ ਕੀ ਸ਼ੋ ਕਰਦਾ ਹੈ? ਇਹ ਸ਼ੋ ਕਰਦਾ ਹੈ ਕਿ ਸਾਡੇ ਕੋਲ ਸਟੈਟਿਕ ਕੀ ਹੈਗੀ ਹੈ? ਫ੍ਰਿਕਸ਼ਨ। ਸਾਡੀ ਫ੍ਰਿਕਸ਼ਨ ਜਿਹੜੀ ਹੋਏਗੀ ਉਹ ਸਟੈਟਿਕ ਹੋਏਗੀ ਬਿਕੋਜ਼ ਆਪਣੇ ਅਕੋਰਡਿੰਗ ਹੈ ਐਡਜਸਟ ਕਰ ਰਹੀ ਹੈ। ਜਦੋਂ ਅਸੀਂ ਇੱਥੇ ਪਹੁੰਚੇ ਇਸ ਅਪਲਾਈਡ ਫੋਰਸ ਦੇ ਅਕੋਰਡਿੰਗ ਕੀ ਦੇਖਿਆ ਕਿ ਬੋਡੀ ਹੁਣ ਮੂਵ ਕਰਨ ਹੀ ਵਾਲੀ ਹੈ। ਬੋਡੀ ਇਜ਼ ਔਨ ਜਸਟ ਟੂ ਮੂਵ। ਜਦੋਂ ਅਸੀਂ ਅਪਲਾਈਡ ਫੋਰਸ ਵਧਾਈ ਗਏ ਇੱਕ ਸਟੇਜ ਐਸੀ ਆਏਗੀ, ਇੱਕ ਲਿਮਿਟ ਆਏਗੀ ਕਿ ਬੋਡੀ ਰੈਸਟ ਵਿੱਚ ਨਹੀਂ ਰਹੇਗੀ, ਉਹ ਮੂਵ ਕਰਨ ਵਾਲੀ ਹੈ। ਇੱਥੇ ਜਾ ਕੇ ਦੇਖਿਆ ਕਿ ਬੋਡੀ ਮੂਵ ਕਰਨ ਹੀ ਵਾਲੀ ਹੈ ਤੇ ਇਹਦਾ ਨਾਮ ਹੈ limiting static friction. This gives us the maximum value of static friction. ਵਧਦੀ ਗਈ ਫ੍ਰਿਕਸ਼ਨ ਵਧਦੀ ਗਈ। ਉਸ ਤੋਂ ਬਾਅਦ ਦੇਖਿਆ ਕਿ ਬੋਡੀ ਹੁਣ ਮੂਵ ਕਰਨੀ ਹੀ ਵਾਲੀ ਹੈ। ਉਸ ਟਾਈਮ ਤੇ ਜਿਹੜੀ ਸਾਡੀ ਮੈਕਸਿਮਮ ਫ੍ਰਿਕਸ਼ਨ ਹੈ ਉਹਦਾ ਨਾਮ ਅਸੀਂ ਰੱਖ ਦਿੱਤਾ ਸਟੈਟਿਕ ਲਿਮਿਟਿੰਗ ਫ੍ਰਿਕਸ਼ਨ। ਐਲ ਦਾ ਮਤਲਬ ਲਿਮਿਟਿੰਗ। ਇਸ ਤੋਂ ਬਾਅਦ ਕੀ ਹੋਇਆ? ਫ੍ਰਿਕਸ਼ਨ ਥੋੜੀ ਜਿਹੀ ਘਟ ਗਈ ਕਿਉਂਕਿ ਬੋਡੀ ਜਿਹੜੀ ਹੈ ਹੁਣ ਮੂਵ ਕਰ ਗਈ ਤੇ ਜਦੋਂ ਬੋਡੀ ਮੂਵ ਕਰ ਗਈ ਉਸ ਤੋਂ ਬਾਅਦ ਸਾਡੇ ਕੋਲ ਫ੍ਰਿਕਸ਼ਨ ਦੇ ਵਿੱਚ ਜਿਹੜਾ ਹੈ ਫਰਕ ਨਹੀਂ ਪਏਗਾ ਤੇ ਆਹ ਜਿਹੜੀ ਸਾਡੀ ਵੈਲਿਊ ਹੈ ਇਟ ਇਜ਼ ਦਾ ਕਾਈਨੈਟਿਕ ਫ੍ਰਿਕਸ਼ਨ। ਦਿਸ ਇਜ਼ ਦਾ ਕਾਈਨੈਟਿਕ ਫ੍ਰਿਕਸ਼ਨ। ਦਿਸ ਇਜ਼ ਦਾ ਲਿਮਿਟਿੰਗ ਫ੍ਰਿਕਸ਼ਨ। ਇਹਦਾ ਮਤਲਬ ਜਿਹੜੀ ਲਿਮਿਟਿੰਗ ਫ੍ਰਿਕਸ਼ਨ ਹੈ ਉਹ ਕਾਈਨੈਟਿਕ ਫ੍ਰਿਕਸ਼ਨ ਤੋਂ ਬੇਟਾ ਜ਼ਿਆਦਾ ਹੁੰਦੀ ਹੈ। ਹੁਣ ਮੈਨੂੰ ਆਹ ਦੱਸੋ, ਇਸ ਤੱਕ ਤੁਹਾਨੂੰ ਕਲੀਅਰ ਹੈ? ਫ੍ਰਿਕਸ਼ਨ ਦਾ ਨੇਚਰ ਦੁਬਾਰਾ ਦੱਸ ਦਿਓ। ਫ੍ਰਿਕਸ਼ਨ ਦਾ ਨੇਚਰ ਕਿਹੜਾ ਹੁੰਦਾ ਹੈ? ਸੈਲਫ ਐਡਜਸਟਿੰਗ ਨੇਚਰ। ਕਿੰਨਾ ਚਿਰ ਹੁੰਦਾ ਹੈ? ਜਿੰਨਾ ਚਿਰ ਬੋਡੀ ਰੈਸਟ ਵਿੱਚ ਰਹਿੰਦੀ ਹੈ। ਜਿੰਨਾ ਚਿਰ ਬੋਡੀ ਰੈਸਟ ਵਿੱਚ ਹੈ ਇਹਦਾ ਮੰਨ ਲਓ ਅਪਲਾਈਡ ਫੋਰਸ ਤੇ ਫੋਰਸ ਆਫ ਫ੍ਰਿਕਸ਼ਨ ਆਪਸ ਵਿੱਚ ਕੀ ਹੋਣਗੀਆਂ? ਇਕੁਅਲ। ਜਦੋਂ ਬੋਡੀ ਮੂਵ ਹੀ ਕਰਨ ਵਾਲੀ ਹੈ ਉਦੋਂ ਮੈਕਸਿਮਮ ਵੈਲਿਊ ਫ੍ਰਿਕਸ਼ਨ ਦੀ ਹੁੰਦੀ ਹੈ ਸਟੈਟਿਕ ਵਾਲੀ। ਉਹਦਾ ਕੀ ਨਾਮ ਹੈ? ਸਟੈਟਿਕ ਲਿਮਿਟਿੰਗ ਫ੍ਰਿਕਸ਼ਨ। ਤੇ ਜਦੋਂ ਬੋਡੀ ਮੂਵ ਕਰ ਜਾਂਦੀ ਹੈ ਉਸ ਟਾਈਮ ਤੇ ਫ੍ਰਿਕਸ਼ਨ ਕਿਹੜੀ ਪੈਦਾ ਹੁੰਦੀ ਹੈ? ਕਾਈਨੈਟਿਕ ਫ੍ਰਿਕਸ਼ਨ। ਤੇ ਕਾਈਨੈਟਿਕ ਫ੍ਰਿਕਸ਼ਨ ਥੋੜੀ ਜੀ ਘੱਟ ਹੁੰਦੀ ਜਦੋਂ ਬੋਡੀ ਮੂਵ ਕਰ ਜਾਂਦੀ ਹੈ। ਉਹ ਪੁਆਇੰਟ ਆਫ ਕੰਟੈਕਟ ਜਿਹੜਾ ਫੋਰਸ ਆਫ ਟ੍ਰੈਕਸ਼ਨ ਜਿਹੜੀ ਹੈ ਉਹ ਟੁੱਟ ਜਾਂਦੇ ਨੇ। ਤੇ ਜਦੋਂ ਬੋਡੀ ਮੂਵ ਕਰਦੀ ਹੈ ਤੇ ਟਾਈਮ ਜਿਹੜਾ ਹੈ ਉਹ ਕੰਟੈਕਟ ਦਾ ਇੰਨਾ ਹੀ ਨਹੀਂ ਮਿਲਦਾ। ਜੇ ਬੋਡੀ ਰੈਸਟ ਵਿੱਚ ਆ ਦੇਖੋ ਬੇਟਾ ਉਦੋਂ ਇੰਨਾ ਟਾਈਮ ਹੁੰਦਾ ਹੈ ਕਿ ਇਹ ਬੌਂਡ ਸਟਰੋਂਗ ਇੰਨੇ ਜ਼ਿਆਦਾ ਸਟਰੋਂਗ ਇਹਨਾਂ ਦੀ ਪਕੜ ਆ ਜਾਂਦੀ ਹੈ। ਤੇ ਜੇਕਰ ਇਹ ਟਾਈਮ ਆਫ ਕੰਟੈਕਟ ਘੱਟ ਹੋਏ ਬੋਡੀ ਮੂਵ ਕਰ ਰਹੀ ਹੈ ਤੇ ਇਹ ਜਿਹੜੇ ਬੌਂਡਸ ਨੇ ਇੰਨੇ ਜ਼ਿਆਦਾ ਜਿਹੜੇ ਨੇ ਸਟਰੋਂਗ ਨਹੀਂ ਬਣਦੇ, ਫੋਰਸ ਆਫ ਟ੍ਰੈਕਸ਼ਨ ਪੂਰੀ ਨਹੀਂ ਬਣ ਪਾਉਂਦੀ। ਫਿਰ ਇਸ ਕਰਕੇ ਕਾਈਨੈਟਿਕ ਫ੍ਰਿਕਸ਼ਨ ਜਿਹੜੀ ਹੈ ਉਹ ਸਟੈਟਿਕ ਲਿਮਿਟਿੰਗ ਫ੍ਰਿਕਸ਼ਨ ਤੋਂ ਘੱਟ ਹੁੰਦੀ ਹੈ। ਨਾਓ ਇੱਕ ਛੋਟਾ ਜਿਹਾ ਕੁਐਸਚਨ, ਆਈ ਅਪਲਾਈਡ ਅ ਫੋਰਸ, ਧਿਆਨ ਨਾਲ ਸੁਣਨਾ, I applied a force less than limiting friction। ਮੈਂ ਫੋਰਸ ਅਪਲਾਈ ਕੀਤੀ ਜਿਹੜੀ ਲਿਮਿਟਿੰਗ ਫ੍ਰਿਕਸ਼ਨ ਤੋਂ ਘੱਟ ਹੈ। ਕੀ ਹੋਏਗਾ? ਆਨਸਰ ਦਿਓ ਕੀ ਹੋਏਗਾ? ਬੋਡੀ ਰੈਸਟ ਵਿੱਚ ਰਹੇਗੀ ਕਿ ਬੋਡੀ ਮੋਸ਼ਨ 'ਚ ਰਹੇਗੀ? ਮੇਰੀ ਫ੍ਰਿਕਸ਼ਨ ਲਿਮਿਟਿੰਗ ਤੋਂ ਘੱਟ ਹੈ। ਬੋਡੀ ਨੂੰ ਮੂਵ ਕਰਾਉਣ ਵਾਸਤੇ ਸਾਨੂੰ ਲਿਮਿਟਿੰਗ ਫ੍ਰਿਕਸ਼ਨ ਜਿੰਨੀ ਅਪਲਾਈਡ ਫੋਰਸ ਜਿਹੜੀ ਹੈ ਲਗਾਣੀ ਪੈਣੀ ਹੈ। ਲਿਮਿਟਿੰਗ ਫ੍ਰਿਕਸ਼ਨ ਜਿੰਨੀ ਅਪਲਾਈਡ ਫੋਰਸ ਲਗਾਣੀ ਪਏਗੀ। ਪਰ ਮੈਂ ਹਾਲੇ ਲਿਮਿਟਿੰਗ ਫ੍ਰਿਕਸ਼ਨ ਤੋਂ ਘੱਟ ਹੀ ਲਗਾਈ ਹੈ।
ਇਹਦਾ ਮਤਲਬ ਬਾਡੀ ਮੇਰੀ ਕੱਚ ਰਹੇਗੀ, ਰੈਸਟ ਵਿੱਚ ਰਹੇਗੀ। ਤੇ ਜੇ ਮੈਂ ਜ਼ਿਆਦਾ ਕਰ ਦੂੰਗਾ ਲਿਮਟਿੰਗ ਫ੍ਰਿਕਸ਼ਨ ਨਾਲੋਂ, ਫਿਰ ਬਾਡੀ ਕੱਚ ਆ ਜਾਏਗੀ, ਤੁਹਾਡੀ ਮੋਸ਼ਨ ਚ ਆ ਜਾਏਗੀ। ਆਈ ਥਿੰਕ ਕਿ ਬੇਟਾ ਤੁਹਾਨੂੰ ਇਸ ਤੱਕ ਇਹ ਕਲੀਅਰ ਹੋ ਗਿਆ। ਨਾਓ ਜਦੋਂ ਵੀ ਅਸੀਂ ਬਾਡੀ ਦੀ ਸ਼ੇਪ ਦੇ ਅਕੋਰਡਿੰਗ ਗੱਲ ਕਰੀਏ, ਬਾਡੀ ਦੀ ਸ਼ੇਪ ਨੂੰ ਦੇਖੀਏ, ਉਹਦੇ ਅਕੋਰਡਿੰਗ ਗੱਲ ਕਰੀਏ, ਤੇ ਫ੍ਰਿਕਸ਼ਨ ਨੂੰ ਅਸੀਂ ਦੋ ਪਾਰਟਸ ਵਿੱਚ ਜਿਹੜਾ ਹੈ ਡਿਵਾਈਡ ਕਰ ਦਿੱਤਾ ਹੈ। ਉਹ ਕਿਹੜੇ ਕਿਹੜੇ ਨੇ? ਇੱਕ ਸਾਡੇ ਕੋਲ ਆਂਦੀ ਹੈ ਸਲਾਈਡਿੰਗ ਫ੍ਰਿਕਸ਼ਨ। ਪਹਿਲਾ ਪਾਰਟ ਤੁਸੀਂ ਨੋਟ ਕਰ ਲਓ, ਨਾਮ ਉਹਦਾ ਸਲਾਈਡਿੰਗ ਫ੍ਰਿਕਸ਼ਨ। ਇਹ ਬੇਟਾ ਬਹੁਤ ਹੀ ਇੰਪੋਰਟੈਂਟ ਜਿਹੜਾ ਹੈ ਗ੍ਰਾਫ ਹੈ ਫ੍ਰਿਕਸ਼ਨ ਤੇ ਅਪਲਾਈਡ ਫੋਰਸ ਦਾ। ਨਾਓ ਪਹਿਲੀ ਜਿਹੜੀ ਫੋਰਸ ਹੈ ਉਹਦਾ ਨਾਮ ਮੈਂ ਬੋਲਿਆ ਤੁਹਾਨੂੰ ਸਲਾਈਡਿੰਗ ਫ੍ਰਿਕਸ਼ਨ। ਦੂਜੀ ਜਿਹੜੀ ਹੋਏਗੀ ਸਾਡੇ ਕੋਲ ਆਏਗੀ ਰੋਲਿੰਗ ਫ੍ਰਿਕਸ਼ਨ। ਇਹ ਦੋ ਤਰ੍ਹਾਂ ਦੀਆਂ ਸਾਡੇ ਕੋਲ ਫ੍ਰਿਕਸ਼ਨ ਹੈਗੀਆਂ। ਨੰਬਰ 1 ਸਲਾਈਡਿੰਗ ਤੇ ਨੰਬਰ 2 ਸਾਡੇ ਕੋਲ ਇੱਕ ਫ੍ਰਿਕਸ਼ਨ ਹੈ ਜਿਹਦਾ ਨਾਮ ਹੈ ਰੋਲਿੰਗ ਫ੍ਰਿਕਸ਼ਨ। ਸਲਾਈਡਿੰਗ ਫ੍ਰਿਕਸ਼ਨ ਉਦੋਂ ਆਏਗੀ ਜਦੋਂ one body slide over the surface of another body, ਜਾਂ ਸਲਾਈਡ ਕਰੇ ਜਾਂ try to slide। ਜਦੋਂ ਬਾਡੀ ਸਲਾਈਡ ਕਰਦੀ ਹੈ ਇੱਕ ਦੂਜੀ ਉੱਪਰ, ਉਦੋਂ ਆਂਦੀ ਹੈ ਸਾਡੇ ਕੋਲ ਸਲਾਈਡਿੰਗ ਫ੍ਰਿਕਸ਼ਨ। ਇਹਦੇ ਵਾਸਤੇ ਸਾਨੂੰ ਇਸ ਤਰ੍ਹਾਂ ਦੀ ਡਾਇਗਰਾਮ ਬਣਾਉਣ ਦੀ ਲੋੜ ਹੈ। ਜਦੋਂ ਬਾਡੀ ਸਲਾਈਡ ਕਰਦੀ ਹੈ ਤੇ ਬਾਡੀ ਦੀ ਜਿਹੜੀ ਸ਼ੇਪ ਹੋਏਗੀ ਫਲੈਟ ਹੋਏਗੀ। ਜਿਸ ਤਰ੍ਹਾਂ ਮੰਨ ਲਓ ਸਾਡੇ ਕੋਲ ਟੇਬਲ ਹੈ, ਟੇਬਲ ਦੇ ਉੱਤੇ ਸਾਡੀ ਬੁੱਕ ਪਈ ਹੋਈ ਹੈ, ਤੇ ਜਦੋਂ ਅਸੀਂ ਬੁੱਕ ਨੂੰ ਖਿੱਚਾਂਗੇ ਥੱਲੇ ਸਰਫੇਸ ਫਲੈਟ ਹੈ, ਦੇਖੋ ਬਿਲਕੁਲ ਫਲੈਟ। ਇਸ ਤਰ੍ਹਾਂ ਦੀ ਜਿਹੜੀ ਸਾਡੀ ਫ੍ਰਿਕਸ਼ਨ ਹੈ ਉਹਦਾ ਨਾਮ ਹੁੰਦਾ ਹੈ ਬੇਟਾ ਸਾਡੇ ਕੋਲ ਸਲਾਈਡਿੰਗ ਫ੍ਰਿਕਸ਼ਨ। ਸਲਾਈਡਿੰਗ ਫ੍ਰਿਕਸ਼ਨ ਉਦੋਂ ਪੈਦਾ ਹੁੰਦੀ ਹੈ ਜਦੋਂ ਸਾਡੇ ਕੋਲ ਬਾਡੀ ਜਿਹੜੀ ਹੈ ਉਹ ਫਲੈਟ ਹੋਵੇ। ਮੰਨ ਲਓ ਸਾਡੇ ਕੋਲ ਸੰਦੂਕ ਹੈ, ਉਹ ਗਰਾਊਂਡ ਤੇ ਪਿਆ ਹੈ, ਜਦੋਂ ਅਸੀਂ ਉਸ ਨੂੰ ਖਿੱਚਾਂਗੇ, ਕੋਈ ਪੇਟੀ ਹੈ ਅਸੀਂ ਉਹਨੂੰ ਖਿੱਚਦੇ ਹਾਂ, ਉਸ ਟਾਈਮ ਤੇ ਸਾਡੀ ਜਿਹੜੀ ਹੈ ਫ੍ਰਿਕਸ਼ਨ ਦਾ ਨਾਮ ਹੋਏਗਾ ਸਲਾਈਡਿੰਗ ਫ੍ਰਿਕਸ਼ਨ। ਤੇ ਇਹਦਾ ਕਾਰਨ ਤੁਸੀਂ ਆਲਰੇਡੀ ਸਟੱਡੀ ਕਰ ਲਿਆ, the force of attraction between the molecules of the two bodies at the point of actual contact। ਇਹ ਤੁਸੀਂ ਸਟੱਡੀ ਕੀਤਾ। ਦੂਜਾ ਵਰਡ ਹੈ ਸਾਡੇ ਕੋਲ ਰੋਲਿੰਗ ਫ੍ਰਿਕਸ਼ਨ। ਰੋਲਿੰਗ ਫ੍ਰਿਕਸ਼ਨ ਉਦੋਂ ਪੈਦਾ ਹੋਏਗੀ ਜਦੋਂ ਸਾਡੇ ਕੋਲ ਇੱਕ ਬਾਡੀ ਦੂਜੇ ਬਾਡੀ ਦੇ ਉੱਪਰ ਜਿਹੜੀ ਹੈ ਉਹ ਰੋਲ ਕਰੇਗੀ। ਜਿਸ ਤਰ੍ਹਾਂ ਬੇਟਾ ਵੀਲ, ਕੋਈ ਸਿਲੰਡਰ, ਕੋਈ ਵੀ ਗੋਲ ਚੀਜ਼ ਜਿਹੜੀ ਹੈ, ਬਾਲ, ਫੁੱਟਬਾਲ, ਉਹ ਰੋਲ ਕਰਦੀ ਹੈ। ਜੇ ਕੋਈ ਸਫੈਰਿਕਲ ਸ਼ੇਪਡ ਬਾਡੀ ਹੈ, ਸਿਲੰਡਰੀਕਲ ਸ਼ੇਪਡ ਬਾਡੀ ਹੈ ਜਾਂ ਸਰਕੂਲਰ ਬਾਡੀ ਹੈ, ਜਦੋਂ ਉਹ ਰੋਲ ਕਰਦੀ ਹੈ ਉਦੋਂ ਜਿਹੜੀ ਫ੍ਰਿਕਸ਼ਨ ਪੈਦਾ ਹੁੰਦੀ ਹੈ ਉਹਦਾ ਨਾਮ ਹੁੰਦਾ ਹੈ ਰੋਲਿੰਗ ਫ੍ਰਿਕਸ਼ਨ। ਕੈਨ ਯੂ ਟੈਲ ਮੀ which type of friction exists between the tire and the ground? ਸਾਡੇ ਜਿਹੜੇ ਟਾਇਰ ਨੇ ਸਕੂਟਰ ਦੇ, ਮੋਟਰਸਾਈਕਲ ਦੇ, ਕਾਰ ਦੇ, ਉਹਨਾਂ ਵਿੱਚ ਤੇ ਥੱਲੇ ਜਿਹੜੀ ਗਰਾਊਂਡ ਹੈ ਉਹਦੇ ਵਿੱਚ ਫ੍ਰਿਕਸ਼ਨ ਕਿਸ ਤਰ੍ਹਾਂ ਦੀ ਹੋਏਗੀ? ਸਲਾਈਡਿੰਗ ਹੋਏਗੀ ਕਿ ਰੋਲਿੰਗ ਹੋਏਗੀ? then I think your answer will be the rolling friction। ਤੁਹਾਡਾ ਆਨਸਰ ਹੋਏਗਾ ਵੀ ਇਹ ਤੇ ਰੋਲਿੰਗ ਫ੍ਰਿਕਸ਼ਨ ਹੋਏਗੀ। ਕਿਉਂ ਰੋਲਿੰਗ ਹੋਏਗੀ? ਬਿਕੋਜ਼ the tires ਜਿਹੜੇ ਨੇ ਉਹਨਾਂ ਦੀ ਜਿਹੜੀ ਸ਼ੇਪ ਹੈ ਉਹ ਸਰਕੂਲਰ ਹੈ। I think clear? ਦੋ ਤਰ੍ਹਾਂ ਦੀ ਸਾਡੀ ਫ੍ਰਿਕਸ਼ਨ ਹੈ। now ਇਹਨਾਂ ਦੋਨਾਂ ਫ੍ਰਿਕਸ਼ਨਸ ਨੂੰ ਜੇ ਅਸੀਂ ਆਪਸ ਵਿੱਚ ਕੰਪੇਅਰ ਕਰੀਏ ਤੇ ਤੁਸੀਂ ਜਿਹੜਾ ਸੋਚ ਕੇ ਜਵਾਬ ਦਿਓ ਇਹਨਾਂ ਵਿੱਚੋਂ ਕਿਹੜੀ ਫ੍ਰਿਕਸ਼ਨ ਜ਼ਿਆਦਾ ਹੋਏਗੀ ਤੇ ਕਿਹੜੀ ਫ੍ਰਿਕਸ਼ਨ ਜਿਹੜੀ ਹੈ ਉਹ ਘੱਟ ਹੋਏਗੀ। ਆਓ ਇਹਨੂੰ ਸਟੱਡੀ ਕਰਦੇ ਹਾਂ। ਬੇਟਾ ਤੁਹਾਡੇ ਘਰਾਂ ਦੇ ਵਿੱਚ ਬਰੀਫ ਕੇਸ ਹੋਣਗੇ, ਜਿਹੜੇ ਅੱਜ ਕੱਲ ਚੱਲਦੇ ਨੇ ਬਰੀਫ ਕੇਸ ਹੈਗੇ ਨੇ। ਤੁਸੀਂ ਦੇਖਿਆ ਹੋਣਾ ਹੈ ਕਿ ਉਹਦੇ ਬਰੀਫ ਕੇਸ ਦੇ ਥੱਲੇ ਜਿਹੜੇ ਨੇ ਅਸੀਂ ਜਿਹੜੇ ਨੇ ਵੀਲਸ ਲੱਗੇ ਹੁੰਦੇ ਅੱਜ ਕੱਲ, ਤੁਸੀਂ ਦੇਖਿਆ ਬਰੀਫ ਕੇਸ ਦੇ ਥੱਲੇ ਵੀਲਸ ਲਗਾਏ ਨੇ। ਉਹ ਕਿਉਂ ਲਗਾਏ ਨੇ? ਉਹ ਇਸ ਕਰਕੇ ਲਗਾਏ ਨੇ ਕਿ ਸਾਨੂੰ ਜਦੋਂ ਟੈਚੀ ਨੂੰ ਰੇੜਨਾ ਪਵੇ ਤੇ ਸਾਨੂੰ ਬੜੀ ਆਸਾਨੀ ਦੇ ਨਾਲ ਜਿਹੜਾ ਹੈ ਅਸੀਂ ਉਹਨੂੰ ਰੇੜ ਲਈਏ, ਕੋਈ ਸਾਨੂੰ ਬਹੁਤਾ ਜ਼ੋਰ ਨਾ ਲਗਾਉਣਾ ਪਏ। ਤੇ ਜੇ ਉਹ ਥੱਲੋਂ ਮੈਂ ਵੀਲ ਉਤਾਰ ਦਿੰਦਾ, ਉਹ ਪਹੀਏ ਥੱਲੇ ਲੱਗੇ ਨੇ, ਉਤਾਰ ਦਿੰਦਾ ਤੇ ਮੈਂ ਟੈਚੀ ਨੂੰ ਪਕੜ ਕੇ ਰੇੜਦਾ ਤਾਂ ਤੁਸੀਂ ਦੇਖੋਗੇ ਕਿ ਪਲੇਟਫਾਰਮ ਦੇ ਉੱਪਰ ਉਹ ਰਿੜੇਗਾ ਨਹੀਂ, ਬਹੁਤ ਤੁਹਾਨੂੰ ਜ਼ੋਰ ਲਗਾਉਣਾ ਪਏਗਾ। ਇਹਦਾ ਮਤਲਬ ਥੱਲੇ ਜਿਹੜੇ ਵੀਲ ਲਗਾਏ ਨੇ ਉਹ ਅਸੀਂ ਆਪਣੀ ਆਸਾਨੀ ਲਈ ਲਗਵਾਏ ਨੇ
ਕਿ ਸਾਨੂੰ ਜਿਹੜਾ ਹੈ ਥੋੜੀ ਹੀ ਜ਼ੋਰ ਲਗਾ ਕੇ, ਥੋੜੀ ਫੋਰਸ ਲਗਾ ਕੇ ਅਸੀਂ ਉਹਨੂੰ ਮੂਵ ਕਰਾ ਸਕੀਏ, ਉਹਨੂੰ ਰੋਲ ਕਰਾ ਸਕੀਏ। ਹੁਣ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਏਗਾ ਕਿ ਇਹਨਾਂ ਦੋਨਾਂ ਵਿੱਚੋਂ ਕਿਹੜੀ ਫ੍ਰਿਕਸ਼ਨ ਘੱਟ ਹੁੰਦੀ ਹੈ। ਕਿਹੜੀ ਫ੍ਰਿਕਸ਼ਨ ਘੱਟ ਹੁੰਦੀ ਹੈ? ਰੋਲਿੰਗ ਫ੍ਰਿਕਸ਼ਨ। ਇਹ ਵਾਲੀ ਫ੍ਰਿਕਸ਼ਨ ਹਮੇਸ਼ਾ ਘੱਟ ਹੁੰਦੀ ਹੈ, ਤਦੇ ਬਾਡੀ ਜਿਹੜੀ ਹੈ ਈਜ਼ੀਲੀ ਰੋਲ ਕਰ ਜਾਂਦੀ ਹੈ। ਆਈ ਥਿੰਕ ਤੁਹਾਨੂੰ ਕਲੀਅਰ ਹੈ। ਇੱਕ ਛੋਟਾ ਜਿਹਾ ਤੁਸੀਂ ਐਕਸਪੈਰੀਮੈਂਟ ਆਪ ਵੀ ਕਰ ਸਕਦੇ ਜੇ। ਤੁਸੀਂ ਕੀ ਕਰਨਾ ਹੈ, ਛੋਟੀਆਂ ਛੋਟੀਆਂ ਆਪਣੀਆਂ ਦੀਆਂ ਪੈਨਸਿਲਸ ਲੈ ਲਿਓ, ਚਲੋ, ਜਾਂ ਕੋਈ ਰੋਡ, ਗੋਲ ਰੋਡ ਲੈ ਲਿਓ। ਜਿਸ ਤਰ੍ਹਾਂ ਮੇਰੇ ਕੋਲ ਹੈ ਚੌਕ ਨੇ, ਇਸ ਤਰ੍ਹਾਂ ਦੀਆਂ ਜਿਹੜੇ ਨੇ ਤੁਸੀਂ ਕੀ ਕਰਨਾ ਹੈ, ਸਰਫੇਸ ਉੱਪਰ ਇਹਨੂੰ ਅਸੀਂ ਆਪਣੇ ਸਰਫੇਸ ਦੇ ਉੱਪਰ ਰੱਖ ਲੈਣਾ। ਦੇਖੋ ਇਸ ਤਰ੍ਹਾਂ ਕਰਕੇ ਇਹ ਸਾਡੇ ਕੋਲ ਜਿਹੜੀਆਂ ਰੋਡਸ ਨੇ ਇਹ ਉੱਪਰ ਰੱਖ ਲਿਆ। ਹੁਣ ਇਹ ਸਿਲੰਡਰੀਕਲ ਸ਼ੇਪ ਨੇ। ਹੁਣ ਜਿਹੜਾ ਧਿਆਨ ਨਾਲ ਦੇਖਣਾ ਹੈ, ਮੇਰੇ ਕੋਲ ਕੀ ਹੈ, ਇਹ ਬਾਡੀ ਹੈ, ਇਹ ਬਿਲਕੁਲ ਫਲੈਟ ਹੈ। ਇਹਦਾ ਮਤਲਬ ਮੇਰੇ ਹੈਂਡ ਦੇ ਉੱਪਰ ਪਈ ਹੈ, ਤੇ ਇਹਦਾ ਮਤਲਬ ਇਹਦੇ ਵਿੱਚ ਫ੍ਰਿਕਸ਼ਨ ਕਿਹੜੀ ਹੋਏਗੀ? ਸਲਾਈਡਿੰਗ ਫ੍ਰਿਕਸ਼ਨ ਹੋਏਗੀ। ਜਸਟ ਲਾਈਕ ਦਿਸ ਇਜ਼ ਅ ਸਲਾਈਡਿੰਗ ਫ੍ਰਿਕਸ਼ਨ। ਤੇ ਜੇ ਇਹਨੂੰ ਮੈਂ ਇੱਥੋਂ ਸਲਾਈਡ ਕਰਨਾ ਤੇ ਮੈਨੂੰ ਦੇਖੋ ਧਿਆਨ ਨਾਲ ਥੋੜਾ ਜ਼ੋਰ ਲਗਾਉਣਾ ਪਏਗਾ, ਕਿਉਂਕਿ ਇਹ ਚੀਜ਼ ਮੰਨ ਲਓ ਹੈਵੀ ਹੈ, ਸਾਨੂੰ ਇੱਥੇ ਜ਼ੋਰ ਲਗਾਉਣਾ ਪਏਗਾ ਮੂਵ ਕਰਾਉਣ ਵਾਸਤੇ। ਪਰ ਜੇਕਰ ਮੈਂ ਥੱਲੇ ਇਹਦੇ ਦੇਖੋ ਧਿਆਨ ਦੇ ਨਾਲ ਇੱਕ ਇਹ ਸਿਲੰਡਰੀਕਲਸ ਜਿਹੜੇ ਨੇ ਰੋਡਸ ਰੱਖ ਦੇਣਾ ਹੈ, ਤੇ ਇਹਨੂੰ ਮੈਂ ਇਹਦੇ ਉੱਪਰ ਰੱਖ ਦੇਵਾਂ, ਤੇ ਜੇ ਇਹਨੂੰ ਧਿਆਨ ਦੇਖੋ ਮਾੜਾ ਜਿਹਾ ਜ਼ੋਰ ਲਗਾਣਾ, ਦੇਖੋ ਆਰਾਮ ਨਾਲ ਜਿਹੜੀ ਬਾਡੀ ਦੇਖੋ ਕਿਸ ਤਰ੍ਹਾਂ ਇਹ ਮੂਵ ਕਰਨੀ ਸ਼ੁਰੂ ਹੋ ਗਿਆ। ਦੇਖੋ ਕਿ ਪਹਿਲਾਂ ਬਾਡੀ ਮੂਵ ਕਰਦੀ ਹੈ, ਜੇ ਅਸੀਂ ਇਹਦੇ ਉੱਪਰ ਅਸੀਂ ਲਗਾਈਏ, ਆ ਦੇਖੋ ਇਸ ਤਰ੍ਹਾਂ ਕਰੀਏ, ਬਾਡੀ ਨਹੀਂ ਮੂਵ ਕਰ ਰਹੀ। ਤੇ ਜੇ ਥੱਲੇ ਅਸੀਂ ਦੇਖੋ ਰੋਲਿੰਗ ਫ੍ਰਿਕਸ਼ਨ ਪੈਦਾ ਕੀਤੀ ਤੇ ਬਾਡੀ ਬੜੀ ਈਜ਼ੀਲੀ ਮੂਵ ਕਰਦੀ ਹੈ। ਇਹਦਾ ਮਤਲਬ ਕੀ ਹੋਇਆ ਕਿ ਰੋਲਿੰਗ ਫ੍ਰਿਕਸ਼ਨ ਜਿਹੜੀ ਹੈ ਉਹ ਘੱਟ ਹੁੰਦੀ ਹੈ ਕਿਹਦੇ ਨਾਲੋਂ? ਸਲਾਈਡਿੰਗ ਫ੍ਰਿਕਸ਼ਨ ਦੇ ਨਾਲੋਂ। ਤਦੇ ਸਾਡੇ ਸਾਈਕਲ ਦੇ ਟਾਇਰ, ਸਕੂਟਰ ਦੇ ਟਾਇਰ ਬਿਲਕੁਲ ਅਸੀਂ ਜਿਹੜੇ ਸਰਕੂਲਰ ਰੱਖੇ ਨੇ, ਉਹਦਾ ਕਾਰਨ ਹੀ ਹੈ ਕਿ ਸਾਡੇ ਕੋਲ ਰੋਲਿੰਗ ਫ੍ਰਿਕਸ਼ਨ ਇਜ਼ ਲੈਸ ਦੈਨ ਦਾ ਸਲਾਈਡਿੰਗ ਫ੍ਰਿਕਸ਼ਨ। ਆਈ ਥਿੰਕ ਬੇਟਾ ਤੁਹਾਨੂੰ ਇਸ ਐਗਜ਼ਾਮਪਲ ਦੇ ਨਾਲ ਇਹ ਕਲੀਅਰ ਹੋ ਗਿਆ। ਵਿਚ ਵਨ ਇਜ਼ ਗ੍ਰੇਟਰ? ਸਲਾਈਡਿੰਗ। ਵਿਚ ਵਨ ਇਜ਼ ਲੈਸ? ਰੋਲਿੰਗ। ਆਈ ਥਿੰਕ ਕਲੀਅਰ। ਨਾਓ ਜਦੋਂ ਅਸੀਂ ਸਾਈਕਲ ਚਲਾਉਂਦੇ ਆ ਤੇ ਸਾਈਕਲ ਚਲਾਉਣ ਵੇਲੇ ਤੁਸੀਂ ਵੇਖਿਆ ਹੋਏਗਾ ਕਿ ਅਸੀਂ ਕਹਿੰਦੇ ਆ ਵੀ ਸਾਈਕਲ 'ਚ ਜ਼ੋਰ ਬੜਾ ਲੱਗ ਰਿਹਾ ਹੈ। ਜੇਕਰ ਸਾਈਕਲ ਦੇ ਟਾਇਰ ਦੇ ਵਿੱਚ ਜਿਹੜੀ ਹੈ ਹਵਾ ਨਾ ਹੋਵੇ, ਜੇ ਹਵਾ ਨਹੀਂ ਹੈਗੀ ਟਾਇਰ ਵਿੱਚੋਂ, ਪੈਂਚਰ ਹੋ ਗਿਆ ਤਾਂ ਉਦੋਂ ਬਹੁਤ ਜ਼ੋਰ ਲੱਗਦਾ ਹੈ, ਕਿਉਂਕਿ ਉਸ ਟਾਈਮ ਤੇ ਜਿਹੜਾ ਉਹ ਕਰਵ ਸਰਫੇਸ ਸੀਗਾ, ਦੇਖੋ ਧਿਆਨ ਨਾਲ ਇਸ ਤਰ੍ਹਾਂ ਕਰਵ ਹੁੰਦਾ ਹੈ, ਉਹ ਬਿਲਕੁਲ ਹਵਾ ਨਿਕਲਣ ਤੋਂ ਬਾਅਦ ਉਹ ਫਲੈਟ ਹੋ ਜਾਂਦਾ ਹੈ। ਜਦੋਂ ਹਵਾ ਨਿਕਲ ਗਈ ਉਹ ਬਿਲਕੁਲ ਥੱਲੋਂ ਫਲੈਟ ਹੋ ਜਾਂਦਾ ਹੈ, ਤੇ ਫਲੈਟ ਹੋਣ ਦੇ ਨਾਲ ਸਾਡੇ ਕੋਲ ਜਿਹੜੀ ਹੈ ਸਲਾਈਡਿੰਗ ਫ੍ਰਿਕਸ਼ਨ ਜਿਹੜੀ ਪੈਦਾ ਹੋ ਜਾਂਦੀ ਹੈ, ਤੇ ਸਾਨੂੰ ਫਿਰ ਉਹਨੂੰ ਚਲਾਉਣ ਦੇ ਲਈ ਕਾਫੀ ਜ਼ੋਰ ਲਗਾਉਣਾ ਪੈਂਦਾ ਹੈ। ਤੇ ਜੇ ਹਵਾ ਪੂਰੀ ਟਾਈਟ ਹੋਏਗੀ ਤੇ ਉਹ ਦੇਖਣਾ ਇਸ ਤਰ੍ਹਾਂ ਗੋਲ ਹੋ ਜਾਏਗਾ, ਉਹ ਬਿਲਕੁਲ ਕਰਵ ਹੋਏਗਾ, ਦਾ ਪੁਆਇੰਟ ਆਫ ਕੰਟੈਕਟ ਵੀ ਜਿਹੜਾ ਹੈ ਉਹ ਘਟ ਜਾਏਗਾ। ਉਹਦੇ ਨਾਲ ਜਿਹੜਾ ਹੈ ਸਾਨੂੰ ਜਿਹੜਾ ਜ਼ੋਰ ਘੱਟ ਲਗਾਉਣਾ ਪੈਂਦਾ ਹੈ। ਨਾਓ ਇਸ ਤੋਂ ਬਾਅਦ ਅਸੀਂ ਹੁਣ ਸਟੱਡੀ ਕਰਾਂਗੇ, ਇਹਦਾ ਕਾਰਨ ਤੇ ਪਤਾ ਹੀ ਹੈ ਵੀ ਸਲਾਈਡਿੰਗ ਫ੍ਰਿਕਸ਼ਨ ਦਾ ਕਾਰਨ ਹੈ the force of attraction between the molecules of the two surfaces। ਦੋ ਸਰਫੇਸ ਦੇ ਜਿਹੜੇ ਮਾਲੀਕਿਊਲਸ ਨੇ ਉਹਨਾਂ ਵਿੱਚ ਜਿਹੜੀ ਅਟਰੈਕਸ਼ਨ ਹੈ। ਨਾਓ ਹੁਣ ਅਸੀਂ ਕਾਜ਼ ਸਟੱਡੀ ਕਰਨ ਲੱਗੇ ਆ। ਕਾਜ਼ ਆਫ ਸਾਡੇ ਕੋਲ ਆਏਗਾ ਰੋਲਿੰਗ ਫ੍ਰਿਕਸ਼ਨ। ਰੋਲਿੰਗ ਫ੍ਰਿਕਸ਼ਨ ਦਾ ਕੀ ਕਾਰਨ ਹੈ? What is the cause of rolling friction? आओ इसनू स्टडी करिए। मान लो कि साडे कोल एक व्हील है, it is rolling over the surface of ground। इस सरफेस के ऊपर जिहड़ा है रोल कर रहा है। This is a wheel, it rolled over the surface, ਇਹ रोल कर रहा है like this। इस तरह ਜਿਹੜਾ ਹੈ ਇਹ ਪਈਆ ਮੰਨ ਲਓ ਰੋਲ ਕਰ ਰਿਹਾ। ਤੁਸੀਂ ਦੇਖਿਆ ਹੋਏਗਾ, ਧਿਆਨ ਨਾਲ ਇਹਨੂੰ ਸਮਝੋ, ਥੋੜਾ ਜਿਹਾ ਤੁਹਾਨੂੰ ਡਿਫਿਕਲਟ ਲੱਗੇਗਾ, ਇਹਨੂੰ ਥੋੜਾ ਜਿਹਾ ਬੇਟਾ ਸਮਝਣ ਦੀ ਲੋੜ ਹੈ ਤੇ ਧਿਆਨ ਨਾਲ ਦੇਖਣਾ ਹੈ। ਮੰਨ ਲਓ ਪਹਿਲਾਂ ਤਾਂ ਮੈਨੂੰ ਆਹ ਦੱਸੋ ਇੱਕ ਨਿੱਘਾ ਜਿਹਾ ਪੁਆਇੰਟ, ਜੇ ਅਸੀਂ ਸਾਈਕਲ ਚਲਾਉਂਦੇ ਆ ਕੱਚੀ ਸੜਕ ਤੇ, ਜਿਵੇਂ ਪਿੰਡਾਂ 'ਚ ਹੁੰਦੀ ਹੈ, ਕਿਤੇ ਮਿੱਟੀ ਵਾਲੀ ਸੜਕ ਹੈ ਉਹਦੇ ਤੇ ਸਾਈਕਲ ਚਲਾਉਂਦੇ ਆ, ਜਾਂ ਅਸੀਂ ਸਾਈਕਲ ਚਲਾਉਂਦੇ ਆ ਪੱਕੀ ਕੰਕਰੀਟ ਦੀ ਬਣੀ ਸੜਕ ਦੇ ਉੱਪਰ,
ਕਦੋਂ ਸਾਈਕਲ ਤੇਜ਼ ਭੱਜਦਾ? ਤੁਸੀਂ ਨੋਟ ਕੀਤਾ ਕੱਚੀ ਸੜਕ ਦੇ ਉੱਤੇ ਸਾਈਕਲ ਤੇਜ਼ ਨਹੀਂ ਭੱਜੇਗਾ ਤੇ ਪੱਕੀ ਸੜਕ ਦੇ ਉੱਪਰ ਜਿਹੜਾ ਸਾਈਕਲ ਸਾਡਾ ਬੜਾ ਫਾਸਟ ਜਿਹੜਾ ਹੈ ਉਹ ਮੂਵ ਕਰਦਾ ਹੈ। ਆਓ ਇਸੇ ਨੂੰ ਆਪਾਂ ਸਟੱਡੀ ਕਰਨ ਲੱਗੇ। ਮੰਨ ਲਓ ਕਿ ਸਾਡੇ ਕੋਲ ਜਿਹੜੀ ਸੜਕ ਹੈ ਉਹ ਕੱਚੀ ਹੈ। ਜਦੋਂ ਸੜਕ ਕੱਚੀ ਹੋਏਗੀ, ਥੱਲੋਂ ਪੋਲੀ ਹੋਏਗੀ, ਤੇ ਇਹ ਪਹੀਆ ਜਿਹੜਾ ਜਿੱਥੇ ਸੜਕ ਦੇ ਉੱਪਰ ਆਇਆ, ਇਹ ਸਾਡੀ ਦੇਖੋ ਥੱਲੇ ਸੜਕ ਹੈ, ਇਸ ਪਹੀਏ ਨੇ ਸਾਰਾ weight ਜਿਹੜਾ ਹੈ ਜਦੋਂ ਨੀਚੇ ਨੂੰ ਡਾਲਣਾ ਹੈ, ਉਹਨੇ ਆਪਣਾ weight mg ਨੀਚੇ ਨੂੰ ਡਾਲੇਗਾ ਤੇ ਕੀ ਹੋਏਗਾ ਕਿ ਇਥੋਂ ਦੇਖਣਾ ਧਿਆਨ ਨਾਲ, ਜਿਹੜੀ ਸਾਡੀ ਗਰਾਊਂਡ ਹੈ, ਜਿਹੜੀ ਰੋਡ ਹੈ ਨਾ, ਉਹ ਥੱਲੇ ਨੂੰ ਪ੍ਰੈਸ ਹੋ ਜਾਏਗੀ। ਜਿੱਥੇ ਪਹੀਆ ਦਾ ਹੁਣ ਕੰਟੈਕਟ ਹੈ ਲਾਈਕ ਦਿਸ, ਜਦੋਂ ਅਸੀਂ ਇੱਥੇ ਜ਼ੋਰ ਪਾਵਾਂਗੇ weight ਪਏਗਾ ਤੇ ਇਥੋਂ ਜਿਹੜਾ ਉਹ ਜਿਹੜੀ ਗਰਾਊਂਡ ਹੈ, ਰੋਡ ਹੈ ਸਾਡੀ, ਪ੍ਰੈਸ ਹੋਏਗੀ ਲਾਈਕ ਦਿਸ। ਇਸ ਤਰ੍ਹਾਂ ਉਹ ਪ੍ਰੈਸ ਹੋ ਜਾਂਦੀ ਹੈ। ਜਦੋਂ ਪ੍ਰੈਸ ਹੋ ਗਈ, ਪਹਿਲਾਂ ਬਿਲਕੁਲ ਫਲੈਟ ਸੀ ਲਾਈਕ ਦਿਸ, ਜਦੋਂ ਇਥੋਂ ਪ੍ਰੈਸ ਹੋਈ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦੋਂ ਪਹੀਏ ਨੇ ਅੱਗੇ ਜਾਣਾ ਹੈ ਤੇ ਇੱਥੇ ਕੀ ਹੁੰਦਾ ਹੈ ਤੁਹਾਡੇ ਕੋਲ, ਆ ਦੇਖੋ ਇੱਕ ਨਿੱਕੀ ਜੀ ਇੱਥੇ ਉਚਾਈ ਆ ਰਹੀ ਦੇਖੋ, ਕਿਉਂਕਿ ਜਦੋਂ ਰੋਡ ਪ੍ਰੈਸ ਹੋ ਗਈ ਤੇ ਪਹੀਏ ਨੇ ਜਦੋਂ ਅੱਗੇ ਜਾਣਾ ਹੈ ਤੇ ਇਹਨੂੰ ਇੱਥੋਂ ਤਾਂ ਚੜਨਾ ਪੈਣਾ। ਇੱਕ ਤੁਹਾਡੇ ਕੋਲ ਇੱਥੇ ਮਾਊਂਟ ਕ੍ਰੀਏਟ ਹੋ ਜਾਂਦਾ ਹੈ। ਮਾਊਂਟ ਦਾ ਮਤਲਬ ਹੈ ਛੋਟੀ ਜੀ ਇੱਕ ਪਹਾੜੀ ਜਿਹੜੀ ਹੈ, ਮੰਨ ਲਓ ਇਸ ਤਰ੍ਹਾਂ ਦੀ ਕ੍ਰੀਏਟ ਹੋ ਜਾਂਦੀ ਹੈ। ਤੇ ਜਦੋਂ ਇਹਨੂੰ ਤਾਂ ਚੜਨਾ ਹੈ ਤੇ ਸਾਨੂੰ ਜ਼ੋਰ ਲਗਾਉਣਾ ਪਏਗਾ, ਕਿਉਂਕਿ ਉਹ ਦਬ ਗਈ ਸੜਕ ਤੇ ਅੱਗੇ ਜਾਣਾ ਹੈ, ਅਗਲੀ ਇਥੋਂ ਦਬ ਗਈ, ਅਗਲੀ ਸੜਕ ਉੱਚੀ ਹੈ ਤੇ ਸਾਨੂੰ ਜਿਹੜਾ ਜ਼ੋਰ ਲਗਾ ਕੇ ਉੱਪਰ ਚੜਨਾ ਪਏਗਾ। ਐਂਡ ਦੈਟ ਮਾਊਂਟ ਜਿਹੜੀ ਨਿੱਕੀ ਜੀ ਜਿਹੜੀ ਹੈ ਢਲਾਨ ਬਣ ਗਈ, ਉਚਾਈ ਜੀ ਬਣ ਗਈ ਹੈ, ਇਟ ਇਜ਼ ਦਾ ਕਾਜ਼ ਆਫ ਰੋਲਿੰਗ ਫ੍ਰਿਕਸ਼ਨ। ਇਹੋ ਤੁਹਾਡੀ ਜਿਹੜੀ ਹੈ ਰੋਲਿੰਗ ਫ੍ਰਿਕਸ਼ਨ ਦਾ ਕਾਰਨ ਬਣ ਜਾਂਦੀ ਹੈ। ਆਈ ਥਿੰਕ ਤੁਹਾਨੂੰ ਇਹ ਕਲੀਅਰ ਹੋ ਗਿਆ। ਘਰ ਵਿੱਚ ਤੁਸੀਂ ਦੇਖਣਾ ਚਾਹੋ ਤੇ ਤੁਸੀਂ ਕੀ ਕਰਿਓ, ਤੁਹਾਡੇ ਕੋਲ ਜਿਹੜਾ ਬੈੱਡ ਹੈ, ਬੈੱਡ ਦਾ ਜਿਹੜਾ ਗੱਦਾ ਉੱਤੇ ਵਿਛਾਇਆ ਉਹ ਬੜਾ ਮੰਨ ਲਓ ਸੌਫਟ ਹੈ, ਉਹਦੇ ਉੱਤੇ ਬੋਲ ਰੇੜ ਕੇ ਦੇਖਿਓ ਤੇ ਆਪਣੇ ਜਿਹੜਾ ਫਰਸ਼ ਹੈ ਤੁਹਾਡਾ ਉਹਦੇ ਉੱਤੇ ਬੋਲ ਰੇੜ ਕੇ ਦੇਖਿਓ, ਬਰਾਬਰ ਦੀ ਫੋਰਸ ਲਗਾ ਕੇ। ਤੁਸੀਂ ਦੇਖੋਗੇ ਜਿਹੜਾ ਗੱਦਾ ਹੈ ਨਾ, ਜਿਹੜਾ ਬਿਲਕੁਲ ਸੌਫਟ ਹੈ, ਉੱਥੇ ਬੋਲ ਥੋੜਾ ਹੀ ਡਿਸਟੈਂਸ ਕਵਰ ਕਰਕੇ ਰੁਕ ਜਾਏਗੀ ਤੇ ਜਿਹੜਾ ਫਰਸ਼ ਪੱਕਾ ਹੋਏਗਾ ਉੱਥੇ ਬੋਲ ਕਾਫੀ ਜ਼ਿਆਦਾ ਡਿਸਟੈਂਸ ਕਵਰ ਕਰੇਗੀ। ਇਹਦਾ ਕਾਰਨ ਕੀ ਹੈ? ਜਿਹੜੀ ਚੀਜ਼ ਸੌਫਟ ਹੋਏਗੀ ਉਹ ਬੋਲ ਨੇ ਕੀ ਕਰਤੀ, ਉੱਥੇ ਦਬਾਤਾ, ਜਦੋਂ ਉੱਥੇ ਦਬਾਤਾ ਤੇ ਅੱਗੇ ਇੱਕ ਕੀ ਕ੍ਰੀਏਟ ਹੋ ਗਿਆ, ਮਾਊਂਟ ਕ੍ਰੀਏਟ ਹੋ ਗਿਆ। ਉਹਨੂੰ ਜਦੋਂ ਤਾਂ ਚੜਨਾ ਹੈ ਤੇ ਬੋਲ ਨੂੰ ਆਪੋਜੀਸ਼ਨ ਮਿਲਣੀ ਹੈ, ਕਿਉਂਕਿ ਜਦੋਂ ਅਸੀਂ ਤਾਂ ਚੜਦੇ ਹਾਂ ਵੀ ਫੇਸ ਆਪੋਜੀਸ਼ਨ, ਉਦੋਂ ਆਪੋਜੀਸ਼ਨ ਜਿਹੜੀ ਹੈ ਉਹੀ ਆਪੋਜੀਸ਼ਨ ਸਾਡੀ ਰੋਲਿੰਗ ਫ੍ਰਿਕਸ਼ਨ ਦਾ ਜਿਹੜਾ ਹੈ ਉਹ ਕਾਰਨ ਜਿਹੜਾ ਹੈ ਉਹ ਸਾਡੀ ਬਣ ਜਾਂਦੀ ਹੈ। ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਰੋਲਿੰਗ ਫ੍ਰਿਕਸ਼ਨ ਜਿਹੜਾ ਹੈ ਇਹਦੇ ਬਾਰੇ ਤੁਹਾਨੂੰ ਕਲੀਅਰ ਹੋ ਗਿਆ। ਤੇ ਜੇ ਅਸੀਂ ਹੁਣ ਪੱਕੀ ਸੜਕ ਦੀ ਗੱਲ ਕਰੀਏ ਤੇ ਬੇਟਾ ਪੱਕੀ ਸੜਕ ਦੇ ਵਿੱਚ ਜਦੋਂ ਟਾਇਰ ਚੱਲਦਾ ਹੈ ਉਹ ਆਪਣਾ weight ਤੇ ਪਾਉਂਦਾ ਹੈ, ਪਰ ਉਹ ਗਰਾਊਂਡ ਜਿਹੜੀ ਹੈ ਇੰਨੀ ਜ਼ਿਆਦਾ ਥੱਲੇ ਪ੍ਰੈਸ ਨਹੀਂ ਹੋ ਪਾਉਂਦੀ। ਤੇ ਜਦੋਂ ਥੱਲੇ ਉਹ ਪ੍ਰੈਸ ਨਹੀਂ ਹੋਈ ਤੇ ਅੱਗੇ ਇੰਨਾ ਜ਼ਿਆਦਾ ਮਾਊਂਟ ਨਹੀਂ ਬਣਦਾ। ਉੱਚੀ ਜਿਹੜੀ ਪਹਾੜੀ ਹੈ ਨਾ ਉਹ ਛੋਟੀ ਜੀ ਉਹ ਨਹੀਂ ਬਣ ਪਾਉਂਦੀ ਇੰਨੀ ਜ਼ਿਆਦਾ, ਉਦੋਂ ਫਿਰ ਸਾਡੇ ਕੋਲ ਫ੍ਰਿਕਸ਼ਨ ਘੱਟ ਜਿਹੜੀ ਹੈ ਪੈਦਾ ਹੁੰਦੀ ਹੈ। ਇਸ ਕਰਕੇ ਸਾਈਕਲ ਜਿਹੜਾ ਹੈ ਉਹ ਤੇਜ਼ ਚੱਲਦਾ ਹੈ। ਦਿਸ ਇਜ਼ ਦਾ cause of rolling friction. What is the cause of rolling friction? The cause of rolling friction is the creation of the mount by the motion of the wheel. The opposition faced by the wheel to overcome that mount. ਇਹਨੂੰ ਤਾਂ ਚੜਨ ਵਾਸਤੇ ਜਿਹੜਾ opposition face ਕਰਦਾ ਹੈ ਉਹ ਸਾਡਾ ਜਿਹੜਾ ਹੈ ਕਾਰਨ ਬਣ ਜਾਂਦਾ ਹੈ। ਕਾਹਦਾ ਕਾਰਨ ਬਣਦਾ ਹੈ? ਰੋਲਿੰਗ ਫ੍ਰਿਕਸ਼ਨ ਦਾ। ਨਾਓ ਬੇਟਾ ਇੱਥੋਂ ਤੱਕ ਤੁਹਾਨੂੰ ਸਾਰਾ ਕਲੀਅਰ ਹੈ ਕਿ ਹੁਣ ਤੁਹਾਨੂੰ ਕੁਝ ਪ੍ਰੋਬਲਮ ਨਹੀਂ ਆਣੀ ਚਾਹੀਦੀ। ਜੇ ਮੈਂ ਸ਼ੇਪ ਦੇ ਅਕੋਰਡਿੰਗ ਦੇਖਾਂ, ਬੋਡੀ ਦੀ ਸ਼ੇਪ ਦੇ ਅਕੋਰਡਿੰਗ ਫ੍ਰਿਕਸ਼ਨ, ਫਿਰ ਸਲਾਈਡਿੰਗ ਤੇ ਰੋਲਿੰਗ, ਤੇ ਜੇ ਵੈਸੇ ਅਸੀਂ ਉਹਦੀ ਨੇਚਰ ਸਟੱਡੀ ਕਰੀਏ, ਕੋਈ ਸਟੈਟਿਕ ਹੈ, ਰੈਸਟ ਵਾਲੀ, ਮੋਸ਼ਨ ਵਾਲੀ, ਉਹਦੇ ਅਕੋਰਡਿੰਗ ਕਨੈਟਿਕ, ਸਟੈਟਿਕ ਫ੍ਰਿਕਸ਼ਨ। ਨਾਓ ਬੇਟਾ ਸਾਡੇ ਹੁਣ ਜਿਹੜੇ ਨਵਾਂ ਜਿਹੜਾ ਸਾਡਾ ਪੁਆਇੰਟ ਜਿਹੜਾ ਸ਼ੁਰੂ ਹੋਣਾ ਟੌਪਿਕ, ਉਹਦਾ ਨਾਮ ਹੈ ਲਾਜ਼ ਆਫ ਲਿਮਟਿੰਗ ਫ੍ਰਿਕਸ਼ਨ। ਲਿਮਟਿੰਗ ਫ੍ਰਿਕਸ਼ਨ ਦੇ ਨਿਯਮ ਕੀ ਨੇ? ਇਹ ਬੇਟਾ ਬਹੁਤ ਹੀ ਇੰਪੋਰਟੈਂਟ ਸਾਡਾ ਜਿਹੜਾ ਹੈ ਟੌਪਿਕ ਹੈ, ਇਹਨੂੰ ਅਸੀਂ ਜਿਹੜਾ ਆਪਾਂ ਹੁਣ ਡਿਸਕਸ ਕਰਾਂਗੇ। ਲਾਜ਼ ਆਫ ਲਿਮਟਿੰਗ ਫ੍ਰਿਕਸ਼ਨ। ਲਾਜ਼ ਆਫ ਲਿਮਟਿੰਗ ਫ੍ਰਿਕਸ਼ਨ ਜਿਹੜੇ ਨੇ ਸਾਡੇ ਕੋਲ 4 ਜਿਹੜੇ ਨੇ ਲਾਜ਼ ਨੇ, ਇਹਨਾਂ ਨੂੰ ਅਸੀਂ ਜਿਹੜਾ ਹੈ ਉਹ ਆਪਾਂ ਡਿਸਕਸ ਕਰਨਾ ਹੈ। ਤੇ
ਉਹ ਜਿਹੜੇ ਲਾਸ ਥੋੜੇ ਆਪਾਂ ਚੰਗੇ ਤਰੀਕੇ ਨਾਲ ਡਿਸਕਸ ਕਰਨਾ ਹੈ ਤੇ ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।